शुभ सवेर प्यारे बच्चों। आओ एक कहानी सुनते हैं। ਅੱਜ ਦੀ ਕਹਾਣੀ ਦਾ ਸਿਰਲੇਖ ਹੈ ਜ਼ਿੰਦਗੀ ਦਾ ਅੰਤ। ਕਸ਼ਮੀਰ ਸ਼ਹਿਰ ਦੇ ਅਮੀਰ ਆਦਮੀਆਂ ਦੇ ਵਿੱਚੋਂ ਇੱਕ ਸੀ। ਕਸ਼ਮੀਰ ਦੀ ਸ਼ਹਿਰ ਵਿੱਚ ਬਹੁਤ ਵੱਡੀ ਕੋਠੀ ਸੀ। ਕਸ਼ਮੀਰ ਇੱਕ ਵੱਡੀ ਫੈਕਟਰੀ ਦਾ ਮਾਲਕ ਵੀ ਸੀ। ਸੁਭਾਅ ਦੇ ਪੱਖੋਂ ਤਾਂ ਕਸ਼ਮੀਰ ਬੁਰਾ ਨਹੀਂ ਸੀ, ਪਰ ਉਸ ਨੂੰ ਆਪਣੀ ਅਮੀਰੀ ਦਾ ਬਹੁਤ ਹੰਕਾਰ ਸੀ। ਅਮੀਰੀ ਦੇ ਨਸ਼ੇ ਵਿੱਚ ਕਸ਼ਮੀਰ ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਣ ਲੱਗ ਪਿਆ ਸੀ। ਇਸੇ ਅਮੀਰੀ ਦੇ ਨਸ਼ੇ ਵਿੱਚ ਕਸ਼ਮੀਰ ਨੇ ਕੁਝ ਐਸੇ ਦੋਸਤ ਬਣਾ ਲਏ ਜੋ ਕਸ਼ਮੀਰ ਦੀ ਜਾਇਦਾਦ ਨੂੰ ਕਿਸੇ ਵੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੇ ਸਨ। ਪਰ ਕਸ਼ਮੀਰ ਦੀਆਂ ਅੱਖਾਂ 'ਤੇ ਅਮੀਰੀ ਦੀ ਪੱਟੀ ਵੱਜੀ ਹੋਈ ਸੀ। ਉਹ ਕਿਵੇਂ ਆਪਣੇ ਦੋਸਤਾਂ ਦੀ ਨੀਅਤ ਨੂੰ ਜਾਣ ਸਕਦਾ ਸੀ। ਆਪਣੇ ਦੋਸਤਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਕੇ ਕਸ਼ਮੀਰ ਕਈ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਗਿਆ। ਕਸ਼ਮੀਰ ਦੇ ਦੋਸਤਾਂ ਨੇ ਕਸ਼ਮੀਰ ਨੂੰ ਰੋਜ਼ ਕਲੱਬਾਂ ਵਿੱਚ ਲੈ ਜਾਣਾ, ਕਸ਼ਮੀਰ ਦੇ ਖਰਚੇ 'ਤੇ ਉਹਨਾਂ ਆਪ ਵੀ ਸ਼ਰਾਬ ਪੀਣੀ ਅਤੇ ਨਾਲ ਹੀ ਕਸ਼ਮੀਰ ਨੂੰ ਵੀ ਰੱਜ ਕੇ ਸ਼ਰਾਬ ਪਿਆਉਣੀ। ਇਹ ਕਸ਼ਮੀਰ ਦੇ ਦੋਸਤਾਂ ਦੀ ਕਸ਼ਮੀਰ ਨੂੰ ਕੰਗਾਲ ਕਰਨ ਵਾਸਤੇ ਪਹਿਲੀ ਚਾਲ ਸੀ। ਜਦੋਂ ਕਸ਼ਮੀਰ ਸ਼ਰਾਬ ਪੀਣ ਕਾਰਨ ਘਰ ਜਾਣ ਜੋਗਾ ਵੀ ਨਾ ਰਹਿੰਦਾ, ਫਿਰ ਉਸ ਦੇ ਮਤਲਬੀ ਦੋਸਤ ਕਸ਼ਮੀਰ ਨੂੰ ਘਰ ਛੱਡ ਆਉਂਦੇ। ਕਸ਼ਮੀਰ ਦੀ ਹਾਲਤ ਵੇਖਦੇ ਕਸ਼ਮੀਰ ਦੀ ਪਤਨੀ ਬਹੁਤ ਦੁਖੀ ਹੁੰਦੀ। ਉਹ ਕਸ਼ਮੀਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ, ਪਰ ਕਸ਼ਮੀਰ ਗੱਲ ਨੂੰ ਸਮਝਣ ਦੀ ਬਜਾਏ ਉਲਟਾ ਆਪਣੀ ਪਤਨੀ ਨੂੰ ਹੀ ਕੁੱਟਣ ਲੱਗ ਜਾਂਦਾ। ਉਸ ਦੀ ਪਤਨੀ ਰੋ ਰੋ ਕੇ ਆਪਣੀ ਬੁਰੀ ਹਾਲਤ ਕਰ ਲੈਂਦੀ। ਇੱਕ ਦਿਨ ਸਵੇਰੇ ਸਵੇਰੇ ਹੀ ਕਸ਼ਮੀਰ ਦੇ ਦੋਸਤ ਉਸ ਦੇ ਘਰ ਆ ਗਏ। ਉਹਨਾਂ ਨੇ ਕਸ਼ਮੀਰ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਕਸ਼ਮੀਰ ਉਹਨਾਂ ਨਾਲ ਚੱਲਣ ਵਾਸਤੇ ਝੱਟ ਮੰਨ ਗਿਆ। ਜਦੋਂ ਕਸ਼ਮੀਰ ਤਿਆਰ ਹੋ ਕੇ ਆਪਣੇ ਦੋਸਤਾਂ ਦੇ ਨਾਲ ਜਾਣ ਲੱਗਾ, ਉਸ ਦੀ ਪਤਨੀ ਨੇ ਕਸ਼ਮੀਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਸ਼ਮੀਰ ਨੇ ਆਪਣੀ ਪਤਨੀ ਦੀ ਇੱਕ ਗੱਲ ਨਾ ਮੰਨੀ। ਆਪਣੀ ਪਤਨੀ ਦੇ ਜ਼ੋਰ ਨਾਲ ਥੱਪੜ ਮਾਰਿਆ। ਨਾਲ ਹੀ ਕਸ਼ਮੀਰ ਨੇ ਆਪਣੀ ਪਤਨੀ ਨੂੰ ਚੇਤਾਵਨੀ ਦਿੱਤੀ, ਜੇ ਫਿਰ ਉਸ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਤਾਂ ਉਹ ਉਸ ਨੂੰ ਘਰੋਂ ਬਾਹਰ ਕੱਢ ਦੇਵੇਗਾ। ਕਸ਼ਮੀਰ ਦੀ ਇਹ ਗੱਲ ਸੁਣ ਕੇ ਉਸ ਦੀ ਪਤਨੀ ਚੁੱਪਚਾਪ ਬੈਠ ਗਈ ਅਤੇ ਕਸ਼ਮੀਰ ਆਪਣੇ ਦੋਸਤਾਂ ਨਾਲ ਘਰੋਂ ਬਾਹਰ ਨਿਕਲ ਗਿਆ। ਉਸ ਦਿਨ ਕਸ਼ਮੀਰ ਦੇਰ ਰਾਤ ਤੱਕ ਸ਼ਰਾਬ ਦੇ ਨਸ਼ੇ ਵਿੱਚ ਡੁੱਬਿਆ ਹੋਇਆ ਜਦੋਂ ਘਰ ਵਾਪਸ ਆਇਆ ਤੇ ਕੁਝ ਚਿਰ ਰੌਲਾ ਰੱਪਾ ਪਾਉਣ ਦੇ ਬਾਅਦ ਸੌਂ ਗਿਆ। ਦਿਨ ਪ੍ਰਤੀ ਦਿਨ ਕਸ਼ਮੀਰ ਦੀਆਂ ਬੁਰੀਆਂ ਆਦਤਾਂ ਵੱਧਦੀਆਂ ਹੀ ਜਾ ਰਹੀਆਂ ਸਨ। ਕਸ਼ਮੀਰ ਦੀ ਪਤਨੀ ਕਸ਼ਮੀਰ ਨੂੰ ਸਮਝਾ ਕੇ ਥੱਕ ਗਈ ਸੀ, ਪਰ ਕਸ਼ਮੀਰ ਨੇ ਕਿਸੇ ਦੀ ਵੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਾ ਕੀਤੀ। ਹੁਣ ਤਾਂ ਕਸ਼ਮੀਰ ਦੇ ਦੋਸਤਾਂ ਨੇ ਕਸ਼ਮੀਰ ਨੂੰ ਜੂਏ ਵਿੱਚ ਵੀ ਸ਼ਾਮਲ ਕਰ ਲਿਆ ਸੀ। ਕਸ਼ਮੀਰ ਗਲਤ ਦੋਸਤਾਂ ਦੀ ਸੰਗਤ ਦੇ ਵਿੱਚ ਜੂਆ ਖੇਡਣ ਦਾ ਆਦੀ ਹੋ ਗਿਆ। ਆਪਣੀਆਂ ਚਾਲਾਂ ਨੂੰ ਸਫਲ ਹੁੰਦੇ ਦੇਖ ਕਸ਼ਮੀਰ ਦੇ ਦੋਸਤ ਬੜੇ ਖੁਸ਼ ਸਨ। ਉਹਨਾਂ ਦੀ ਮੁੱਠੀ ਵਿੱਚ ਕਸ਼ਮੀਰ ਬੁਰੀ ਤਰ੍ਹਾਂ ਫਸ ਗਿਆ ਸੀ। ਕਸ਼ਮੀਰ ਦੀ ਪਤਨੀ ਨੇ ਕਸ਼ਮੀਰ ਨੂੰ ਰੋਕਣਾ ਟੋਕਣਾ ਬੰਦ ਕਰ ਦਿੱਤਾ ਸੀ ਤੇ ਕਸ਼ਮੀਰ ਨੂੰ ਹਰ ਕੰਮ ਉਸ ਦੀ ਮਰਜ਼ੀ ਦੇ ਅਨੁਸਾਰ ਕਰਨ ਦਿੰਦੀ, ਪਰ ਉਸ ਨੂੰ ਆਪਣੇ ਬੱਚਿਆਂ ਦੀ ਬਹੁਤ ਚਿੰਤਾ ਹੋ ਰਹੀ ਸੀ। ਕਸ਼ਮੀਰ ਹਰ ਰੋਜ਼ ਆਪਣੇ ਦੋਸਤਾਂ ਨਾਲ ਕਲੱਬਾਂ ਹੋਟਲਾਂ 'ਚ ਜਾਂਦਾ, ਉੱਥੇ ਜੀ ਭਰ ਕੇ ਜੂਆ ਖੇਡਦਾ ਤੇ ਸ਼ਰਾਬ ਪੀਂਦਾ। ਉਸ ਦੇ ਦੋਸਤ ਵੀ ਕਸ਼ਮੀਰ ਨੂੰ ਇੰਨੀ ਸ਼ਰਾਬ ਪਿਲਾਉਂਦੇ ਜਿਸ ਨਾਲ ਉਹ ਨਸ਼ੇ ਦੇ ਵਿੱਚ ਅੰਨ੍ਹੇਵਾਹ ਪੈਸਾ ਵਰਾਈ ਜਾਵੇ, ਉਹ ਧੋਖੇ ਨਾਲ ਸਭ ਪੈਸੇ ਜਿੱਤੀ ਜਾਣ। ਇਸ ਤਰ੍ਹਾਂ ਕਈ ਦਿਨ ਚੱਲਦਾ ਰਿਹਾ। ਹੁਣ ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਕਸ਼ਮੀਰ ਕੋਲ ਉਸ ਦੀ ਕੋਠੀ ਤੋਂ ਸਿਵਾਏ ਕੁਝ ਨਾ ਬਚਿਆ। ਆਖਰ ਆਪਣੇ ਦੋਸਤਾਂ ਦੇ ਕਹਿਣ 'ਤੇ ਕਸ਼ਮੀਰ ਨੇ ਆਪਣੀ ਕੋਠੀ ਵੀ ਜੂਏ ਦੇ ਵਿੱਚ ਦਾਅ 'ਤੇ ਲਗਾ ਦਿੱਤੀ, ਜਿਸ ਦਾ ਨਤੀਜਾ ਇਹ ਨਿਕਲਿਆ ਕਸ਼ਮੀਰ ਆਪਣੀ ਅਖੀਰਲੀ ਪ੍ਰਾਪਰਟੀ ਆਪਣੀ ਕੋਠੀ ਵੀ ਜੂਏ ਦੇ ਵਿੱਚ ਹਾਰ ਗਿਆ। ਇਹ ਦੇਖ ਕਸ਼ਮੀਰ ਬਹੁਤ ਨਿਰਾਸ਼ ਹੋ ਗਿਆ। ਹੁਣ ਕਸ਼ਮੀਰ ਨੂੰ ਆਪਣੇ ਦੋਸਤਾਂ 'ਤੇ ਕੁਝ ਸ਼ੱਕ ਮਹਿਸੂਸ ਹੋਇਆ। ਅਸਲੀਅਤ ਦਾ ਪਤਾ ਲਗਾਉਣ ਲਈ ਕਸ਼ਮੀਰ ਨੇ ਦੋਸਤਾਂ ਦੀ ਜਾਸੂਸੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਕਸ਼ਮੀਰ ਨੂੰ ਆਪਣੇ ਦੋਸਤਾਂ ਦੀ ਅਸਲੀਅਤ ਦਾ ਪਤਾ ਲੱਗ ਹੀ ਗਿਆ। ਉਸਨੇ ਆਪਣੇ ਦੋਸਤਾਂ ਨੂੰ ਧੋਖੇ ਨਾਲ ਜਿੱਤੇ ਹੋਏ ਪੈਸੇ ਵਾਪਸ ਕਰਨ ਲਈ ਕਿਹਾ, ਪਰ ਉਸਦੇ ਦੋਸਤਾਂ ਨੇ ਪੈਸੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁੱਸੇ ਵਿੱਚ ਕਸ਼ਮੀਰ ਨੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਨ ਤੱਕ ਦੀ ਧਮਕੀ ਦਿੱਤੀ। ਇਸ 'ਤੇ ਕਸ਼ਮੀਰ ਦੇ ਦੋਸਤਾਂ ਨੇ ਕਸ਼ਮੀਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਹ ਕਸ਼ਮੀਰ ਨੂੰ ਉਸਦੇ ਘਰ ਛੱਡ ਆਏ। ਕਸ਼ਮੀਰ ਦੀ ਹਾਲਤ ਵੇਖ ਕੇ ਪਤਨੀ ਨੂੰ ਪਹਿਲਾਂ ਤਾਂ ਕਸ਼ਮੀਰ 'ਤੇ ਗੁੱਸਾ ਆਇਆ, ਪਰ ਫਿਰ ਉਹ ਬੱਚਿਆਂ ਦਾ ਸੋਚ ਕੇ ਆਪਣਾ ਗੁੱਸਾ ਪੀ ਗਈ। ਅਗਲੇ ਦਿਨ ਕਸ਼ਮੀਰ ਦੇ ਦੋਸਤਾਂ ਨੇ ਕਸ਼ਮੀਰ ਨੂੰ ਉਸਦੀ ਪਤਨੀ ਤੇ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ ਤੇ ਉਹਨਾਂ ਨੂੰ ਰਹਿਣ ਦੇ ਵਾਸਤੇ ਇੱਕ ਝੌਂਪੜੀ ਦਾ ਪ੍ਰਬੰਧ ਕਰਕੇ ਦੇ ਦਿੱਤਾ। ਆਰਥਿਕ ਬਦਹਾਲੀ ਦੇ ਕਾਰਨ ਕਸ਼ਮੀਰ ਆਪ ਵੀ ਭੁੱਖਾ ਰਹਿੰਦਾ, ਨਾਲ ਹੀ ਉਸਦੀ ਪਤਨੀ ਤੇ ਬੱਚੇ ਵੀ ਰੋਟੀ ਨੂੰ ਤਰਸਦੇ ਰਹਿੰਦੇ। ਕਸ਼ਮੀਰ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ। ਗੱਲ ਇੱਥੋਂ ਤੱਕ ਪਹੁੰਚ ਗਈ ਕਿ ਕਸ਼ਮੀਰ ਦੇ ਰਿਸ਼ਤੇਦਾਰਾਂ ਨੇ ਉਸ ਤੋਂ ਮੂੰਹ ਮੋੜ ਲਿਆ। ਘਰ ਦੀ ਬਦਹਾਲੀ ਤੋਂ ਤੰਗ ਆ ਕੇ ਕਸ਼ਮੀਰ ਦੀ ਪਤਨੀ ਕਸ਼ਮੀਰ ਨੂੰ ਰੋਜ਼ ਤਾਨੇ ਦਿੰਦੀ
ਇੱਕ ਦਿਨ ਤੰਗ ਆ ਕੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਮਾਂ-ਬਾਪ ਦੇ ਘਰ ਚਲੀ ਗਈ। ਕਸ਼ਮੀਰ ਇਕੱਲਾ ਹੀ ਘਰ ਰਹਿ ਗਿਆ। ਇਸੇ ਇਕੱਲੇਪਨ ਤੋਂ ਤੰਗ ਆ ਕੇ ਕਸ਼ਮੀਰ ਨੇ ਜ਼ਹਿਰ ਖਾ ਲਿਆ ਅਤੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਨਾਲ ਹੀ ਇਸ ਕਹਾਣੀ ਦਾ ਵੀ ਅੰਤ ਹੋ ਜਾਂਦਾ ਹੈ। ਸਿੱਖਿਆ: ਦੋਸਤ ਬਣਾਉਣ ਤੋਂ ਪਹਿਲਾਂ ਇਹ ਵੇਖ ਲਓ ਉਸ ਦੋਸਤ ਦਾ ਚਾਲ ਚਲਨ ਕਿਹੋ ਜਿਹਾ ਹੈ। ਕਸ਼ਮੀਰ ਨੇ ਆਪਣੇ ਦੋਸਤਾਂ ਨੂੰ ਪਛਾਣਨ ਦੇ ਵਿੱਚ ਗਲਤੀ ਕੀਤੀ, ਜਿਸ ਦਾ ਨਤੀਜਾ ਬਹੁਤ ਬੁਰਾ ਨਿਕਲਿਆ। ਇਸ ਕਰਕੇ ਸਹੀ ਦੋਸਤ ਦੀ ਹੀ ਚੋਣ ਕਰੋ। ਧੰਨਵਾਦ। ਸਾਡੀ ਹੌਸਲਾ ਅਫਜ਼ਾਈ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਜ਼ਰੂਰ ਕਰੋ।